ਸਿੱਖ ਕੌਮ ਨੂੰ ਨਿਸ਼ਾਨਾ ਬਣਾ ਮੁਲਕ ਵਿੱਚ ਫਿਰਕੂ ਤਣਾਅ ਵਧਾਉਣ ਲਈ ਜ਼ਹਿਰ ਉਗਲ ਰਹੀਆਂ ਤਾਕਤਾਂ ਖਿਲਾਫ ਜਾਗੋ ਪਾਰਟੀ ਮੁਖੀ ਸਰਦਾਰ ਮਨਜੀਤ ਸਿੰਘ ਜੀਕੇ ਦੀ ਮੁਹਿੰਮ ਰੰਗ ਲਿਆਈ ਹੈ। ਉਹਨਾਂ ਵੱਲੋਂ ਲਗਾਤਾਰ ਸਬੂਤਾਂ ਤੇ ਤੱਥਾਂ ਸਮੇਤ ਕੀਤੀਆਂ ਸ਼ਿਕਾਇਤਾਂ ਤੋਂ ਬਾਅਦ ਹੁਣ ਆਖਰ ਕੇਂਦਰੀ ਗ੍ਰਹਿ ਮੰਤਰਾਲੇ ਦੀ ਨੀਂਦ ਖੁੱਲੀ ਹੈ ਅਤੇ ਫਿਰਕੂ ਜ਼ਹਿਰ ਫੈਲਾ ਰਹੇ ਅਜਿਹੇ ਅਨਸਰਾਂ ਖਿਲਾਫ ਕਾਰਵਾਈ ਦੇ ਹੁਕਮ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹਨ। ਅਸਲ 'ਚ 26 ਜਨਵਰੀ ਦੀ ਕਿਸਾਨ ਟਰੈਕਟਰ ਰੈਲੀ ਦੌਰਾਨ ਲਾਲ ਕਿਲੇ ਤੇ ਹੋਈਆਂ ਘਟਨਾਵਾਂ ਪਿੱਛੋਂ ਦਿੱਲੀ ਵਿੱਚ ਅਖੌਤੀ ਤੌਰ ਤੇ ਫਿਰਕੂ ਜ਼ਹਿਰ ਘੋਲਣ ਦੀਆਂ ਕੋਸ਼ਿਸ਼ਾਂ ਦੇ ਵਿਰੁੱਧ ਕੇਂਦਰੀ ਗ੍ਰਹਿ ਮੰਤਰਾਲੇ ਨੇ ਦਿੱਲੀ ਦੇ ਪੁਲਿਸ ਕਮਿਸ਼ਨਰ ਅਤੇ ਦਿੱਲੀ ਦੇ ਮੁੱਖ ਸਕੱਤਰ ਨੂੰ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਜਾਗੋ ਪਾਰਟੀ ਦੇ ਪ੍ਰਧਾਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁਖੀ ਸਰਦਾਰ ਮਨਜੀਤ ਸਿੰਘ ਜੀਕੇ ਵੱਲੋਂ 30 ਜਨਵਰੀ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਦੇ ਪੁਲਿਸ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਸੰਬੰਧਿਤ ਘਟਨਾਵਾਂ ਦੇ ਸਬੂਤਾਂ ਵਜੋਂ 3 ਵੀਡੀਓ ਭੇਜ ਕੇ ਦੱਸਿਆ ਗਿਆ ਸੀ ਕਿ ਗੁਰਦੁਆਰਾ ਸੀਸਗੰਜ ਸਾਹਿਬ ਦੇ ਬਾਹਰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਉਕਸਾਵਾ ਭਰਪੂਰ ਨਾਅਰੇਬਾਜ਼ੀ ਕਰਕੇ ਮਾਰਚ ਕੱਢਿਆ ਗਿਆ ਸੀ। ਗੁਰੂ ਤੇਗ ਬਹਾਦਰ ਯਾਦਗਾਰ ਸਿੰਘੂ ਬਾਰਡਰ ਦੇ ਅੰਦਰ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਭੰਨ ਤੋੜ, ਸਿੰਘੂ ਬਾਰਡਰ ਵਿਖੇ ਸਿੱਖ ਨੌਜਵਾਨ ਰਣਜੀਤ ਸਿੰਘ ਦੇ ਨਾਲ ਦਿੱਲੀ ਪੁਲਿਸ ਦੇ 8-10 ਜਵਾਨਾਂ ਵੱਲੋਂ ਬੁਰੀ ਤਰ੍ਹਾਂ ਕੀਤੀ ਗਈ ਕੁੱਟਮਾਰ, ਬੁਰਾੜੀ ਮੈਦਾਨ ਵਿੱਚ ਕਿਸਾਨਾਂ ਨੂੰ ਮਨਜ਼ੂਰੀ ਦੇਣ ਦੇ ਬਾਵਜੂਦ ਦਿੱਲੀ ਸਰਕਾਰ ਵੱਲੋਂ ਕਿਸਾਨਾਂ ਦੇ ਤੰਬੂ ਪੁੱਟਣ ਦੇ ਆਦੇਸ਼ ਦੇਣ ਉਪਰੰਤ ਦਿੱਲੀ ਪੁਲਿਸ ਵੱਲੋਂ ਕਿਸਾਨਾਂ ਉੱਪਰ ਕੀਤਾ ਗਿਆ ਲਾਠੀ ਚਾਰਜ ਸਣੇ ਦਿੱਲੀ ਸਰਕਾਰ ਦੇ ਡੀਐਮ ਅਤੇ ਐਸਡੀਐਮ ਵੱਲੋਂ ਕਿਸਾਨਾਂ ਦੇ ਉੱਪਰ ਪਥਰਾਅ ਕਰਨ ਵਾਲੇ ਲੋਕਾਂ ਖਿਲਾਫ ਕੋਈ ਕਾਰਵਾਈ ਨਾ ਕਰਨ ਦਾ ਹਵਾਲਾ ਦਰਜ ਸੀ। ਇੱਥੇ ਜਾਰੀ ਇੱਕ ਬਿਆਨ 'ਚ ਸਰਦਾਰ ਜੀਕੇ ਨੇ ਦੱਸਿਆ ਕਿ ਮੇਰੇ ਪੱਤਰ ਤੇ ਕਾਰਵਾਈ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰਾਲੇ ਨੇ ਦਿੱਲੀ ਦੇ ਮੁੱਖ ਸਕੱਤਰ ਅਤੇ ਪੁਲਿਸ ਕਮਿਸ਼ਨਰ ਨੂੰ ਮੇਰੇ ਵੱਲੋਂ ਦਿੱਤੀ ਗਈ ਸ਼ਿਕਾਇਤ ਉੱਪਰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਤੁਹਾਨੂੰ ਇੱਕ ਪੋਜ਼ਿਟਿਵ ਖਬਰ ਦੇਣਾ ਚਾਹੁੰਦਾ ਵਾਂ ਕਿ ਜਿਸ ਤਰੀਕੇ ਨਾਲ 26 ਔਰ 29 ਦੇ ਵਿੱਚ 26 ਜਨਵਰੀ ਤੋਂ 29 ਜਨਵਰੀ ਦੇ ਵਿੱਚ ਕੀ ਵਾਰਦਾਤਾਂ ਹੋਈ ਔਰ ਸਾਰਾ ਸਮਾਜ ਡਰਿਆ ਪਿਆ ਸੀ ਕਿ ਹਿੰਦੁਸਤਾਨ ਦੇ ਵਿੱਚ ਕੁਝ ਨਾ ਕੁਝ ਮਾੜਾ ਹੋਣ ਲੱਗਾ ਹੈ ਸਿੱਖ ਕਮਿਊਨਿਟੀ ਦੇ ਨਾਲ। ਇਹ ਮੈਂ ਲੈਟਰ ਲਿਖੀ ਸੀਗੀ, ਇਹ ਚਿੱਠੀ ਲਿਖੀ ਸੀਗੀ ਹੋਮ ਮਿਨਿਸਟਰ ਅਮਿਤ ਸ਼ਾਹ ਨੂੰ। ਇਹ ਚਿੱਠੀ ਮੈਂ ਲਿਖੀ ਸੀਗੀ ਅਰਵਿੰਦ ਕੇਜਰੀਵਾਲ ਸੀਐਮ ਦਿੱਲੀ ਨੂੰ। ਇਹ ਚਿੱਠੀ ਮੈਂ ਲਿਖੀ ਸੀਗੀ ਚੀਫ ਸੈਕਟਰੀ ਦਿੱਲੀ ਨੂੰ ਔਰ ਇਸ ਤੋਂ ਇਲਾਵਾ ਪੁਲਿਸ ਕਮਿਸ਼ਨਰ ਦਿੱਲੀ ਨੂੰ। ਇਹਦੇ ਵਿੱਚ ਮੈਂ ਕੀ ਕੁਝ ਲਿਆ ਸੀਗਾ ਉਹਦੇ ਬਾਰੇ ਤੁਹਾਨੂੰ ਡਿਟੇਲ ਦਿਆਂਗਾ। ਲੇਕਿਨ ਅੱਜ ਮੈਨੂੰ ਹੋਮ ਮਿਨਿਸਟਰ ਦੇ ਆਫਿਸ ਤੋਂ ਲੈਟਰ ਆਇਆ, ਜਿਹੜੀ ਮੈਂ ਚਿੱਠੀ ਹੋਮ ਮਿਨਿਸਟਰ ਨੂੰ ਲਿਖੀ ਸੀਗੀ। ਉਹਨਾਂ ਨੇ ਇੰਸਟਰਕਸ਼ਨਸ ਕੀਤੀਆਂ ਨੇ, ਉਹਨਾਂ ਨੇ ਡਾਇਰੈਕਸ਼ਨਸ ਦਿੱਤੀਆਂ ਨੇ ਦਿੱਲੀ ਪੁਲਿਸ ਨੂੰ ਕਿ ਇਹਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਔਰ ਇਹ ਐਕਸ਼ਨ ਹੁਣ ਕਰਵਾ ਕੇ ਦਿਖਾਵਾਂਗੇ। ਇਹ ਮੈਂ ਸਮਝਦਾ ਕਿ ਕੋਈ ਇਹ ਸਮਝੇ ਕਿ 1984 ਵਾਲੀ ਧਮਕੀ ਦੇ ਕੇ ਤੁਸੀਂ ਸਾਨੂੰ ਡਰਾ ਧਮਕਾ ਕੇ ਅੰਦਰ ਵਾੜ ਦਿਓਗੇ, ਸਾਨੂੰ ਸੜਕਾਂ ਤੇ ਨਿਕਲਣਾ ਪਵੇ, ਸਾਨੂੰ ਪੁਲਿਸ ਦੇ ਖਿਲਾਫ ਜਾਣਾ ਪਵੇ, ਸਰਕਾਰਾਂ ਦੇ ਖਿਲਾਫ ਲੜਨਾ ਪਵੇ, ਕੋਰਟ ਕਚਹਿਰੀ ਜਾਣਾ ਪਵੇ। ਅੱਗੇ ਵੀ ਜੋ ਕੰਮ ਕੀਤੇ ਨੇ ਤੁਹਾਡੇ ਸਾਹਮਣੇ ਨੇ ਔਰ ਇਹਨਾਂ ਨੂੰ ਛੱਡਾਂਗੇ ਨਹੀਂ। ਇਹਦੇ ਵਿੱਚ ਜਿਹੜੇ ਮੈਂ ਇਸ਼ੂਸ ਚੁੱਕੇ ਸੀ ਇਸ ਚਿੱਠੀ ਦੇ ਵਿੱਚ, ਜਿਹੜੀਆਂ ਮੈਂ ਤੁਹਾਨੂੰ ਦੱਸਿਆ ਕਿ ਸਾਰਿਆਂ ਨੂੰ ਮੈਂ ਚਿੱਠੀ ਲਿਖੀ ਹੈ, ਇਹਦੇ ਸਭ ਤੋਂ ਪਹਿਲਾ ਇਸ਼ੂ ਸੀਗਾ ਕਿ ਸੀਸਗੰਜ ਸਾਹਿਬ ਦੇ ਅੱਗੇ ਇੱਕ ਭੜਕਾਊ ਜਲੂਸ ਕੱਢਿਆ ਗਿਆ ਔਰ ਭੜਕਾਊ ਨਾਅਰੇ ਮਾਰੇ ਗਏ। ਸੀਸਗੰਜ ਸਾਹਿਬ ਉਹ ਸਥਾਨ ਜਿੱਥੇ 9ਵੇਂ ਪਾਤਸ਼ਾਹ ਦੀ ਸ਼ਹਾਦਤ ਹੋਈ ਹੋਵੇ, ਹਿੰਦ ਦੀ ਚਾਦਰ ਕਹਿੰਦੇ ਆ, ਜਿਨ੍ਹਾਂ ਕਰਕੇ ਮੈਂ ਸਮਝਦਾ ਕਿ ਮੰਦਰਾਂ ਦੇ ਵਿੱਚ ਦੀਵੇ ਜਗਦੇ ਹੋਣ, ਤੁਸੀਂ ਉੱਥੇ ਜਾ ਕੇ ਇਹੋ ਜਿਹੀ ਭੜਕਾਊ ਗੱਲ ਕਰਦੇ ਹੋਵੋ। ਦੂਜੀ ਗੱਲ, ਜਿਹੜਾ 29 ਤਰੀਕ ਨੂੰ ਪਥਰਾਓ ਸਿੰਘੂ ਬਾਰਡਰ ਤੇ ਤੁਸੀਂ ਕੀਤਾ ਸੀਗਾ, ਜਿਹਦੇ ਚ ਰਣਜੀਤ ਸਿੰਘ ਮੇਨ ਅਕਿਊਜ਼ ਬਣਾਇਆ, ਜਿਸ ਨੇ ਕਿਰਪਾਨ ਕੱਢੀ ਸੀ, ਉਸ ਨੂੰ ਸੈਲਫ ਡਿਫੈਂਸ ਕਰਕੇ ਤੁਸੀਂ ਨਾਲ ਲੈ ਕੇ ਉਸ ਨੂੰ ਹਮਲਾਵਰ ਦਿਖਾਇਆ ਔਰ ਉਹਦੇ ਵਿੱਚ ਕਈ ਬੰਦਿਆਂ ਦੇ ਉੱਤੇ 307 ਦੇ ਮੁਕੱਦਮੇ ਕੀਤੇ। 2 ਅੰਕਿਤ ਭਰਾਵਾਂ ਮੁੰਡਿਆਂ ਨੂੰ ਅਸੀਂ ਹਰਿਆਣੇ ਦੇ ਬੇਲ ਦਵਾਈ ਹੈ ਪਰਸੋਂ, ਜਿਨ੍ਹਾਂ ਦੇ ਉੱਤੇ 307 ਲੱਗੀ ਸੀ ਔਰ ਉਹਦੇ ਵਿੱਚ ਜੱਜ ਸਾਹਿਬ ਨੇ ਵੀ ਇਹੀ ਆਖਿਆ ਕਿ ਜਿਨ੍ਹਾਂ ਨੇ ਪਥਰਾਓ ਕੀਤਾ ਪੁਲਿਸ ਨੇ ਉਹਨਾਂ ਨੂੰ ਕਿਉਂ ਨਹੀਂ ਅਰੈਸਟ ਕੀਤਾ, ਉਹਨਾਂ ਦੇ ਮੈਡੀਕਲ ਕਿਉਂ ਨਹੀਂ ਹੋਏ। ਮੈਂ ਸਮਝਦਾ ਇਹ ਇਸ਼ੂ ਵੀ ਅਸੀਂ ਚੁੱਕਿਆ ਸੀਗਾ ਕਿ ਇਹ ਕਿਵੇਂ ਚੁੱਕੇ ਜਾ ਸਕਦੇ ਨੇ, ਕਿਉਂਕਿ ਅਗਲਿਆਂ ਨੇ ਸੈਲਫ ਡਿਫੈਂਸ ਕੰਮ ਕੀਤਾ ਸੀਗਾ। ਨਾਲ ਹੀ ਸ਼ਿਕਾਇਤ ਉੱਪਰ ਚੁੱਕੇ ਜਾ ਰਹੇ ਕਦਮਾਂ ਬਾਰੇ ਸ਼ਿਕਾਇਤਕਰਤਾ ਨੂੰ ਸਿੱਧੇ ਤੌਰ ਤੇ ਜਾਣਕਾਰੀ ਦੇਣ ਦੀ ਬੇਨਤੀ ਵੀ ਕੀਤੀ ਗਈ ਹੈ। ਸਰਦਾਰ ਜੀਕੇ ਨੇ ਕਿਹਾ ਕਿ ਮੇਰੇ ਵੱਲੋਂ ਭੇਜੀ ਗਈ ਸ਼ਿਕਾਇਤ ਦੇ ਨਾਲ ਅਸੀਂ 3 ਵੀਡੀਓ ਵੀ ਨੱਥੀ ਕੀਤੀਆਂ ਸਨ, ਜਿਸ ਵਿੱਚ ਗੁਰਦੁਆਰਾ ਸੀਸਗੰਜ ਸਾਹਿਬ ਦੇ ਬਾਹਰ ਨਿਕਲੇ ਮਾਰਚ, ਨਿੱਜੀ ਟੀਵੀ ਚੈਨਲ ਵੱਲੋਂ ਕਿਸਾਨਾਂ ਤੇ ਸਿੰਘੂ ਬਾਰਡਰ ਵਿਖੇ ਹੋਏ ਪਥਰਾਅ ਦੌਰਾਨ ਤਮਾਸ਼ਬੀਨ ਬਣ ਕੇ ਖੜੀ ਦਿੱਲੀ ਪੁਲਿਸ ਦੀ ਚਲਾਈ ਗਈ ਖਬਰ ਅਤੇ ਰਣਜੀਤ ਸਿੰਘ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈਣ ਦੌਰਾਨ ਕੇਸਾਂ ਅਤੇ ਦਸਤਾਰ ਦੀ ਕੀਤੀ ਗਈ ਬੇਅਦਬੀ ਦੀਆਂ ਵੀਡੀਓ ਸ਼ਾਮਲ ਹਨ। ਜੀਕੇ ਨੇ ਕਿਹਾ ਕਿ ਸਿੱਖਾਂ ਨਾਲ ਪੰਗਾ ਲੈਣ ਵਾਲੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਉਸ ਦੀ ਕੀਤੀ ਗਈ ਕਰਨੀ ਦਾ ਫਲ ਦਿਵਾਉਣ ਲਈ ਜਾਗੋ ਪਾਰਟੀ ਦ੍ਰਿੜ ਹੈ। ਦੂਜੀ ਗੱਲ, ਬੁਰਾੜੀ
ਬੁਰਾੜੀ ਜਿੱਥੇ ਕੇਜਰੀਵਾਲ ਨੇ ਪ੍ਰਬੰਧ ਕੀਤਾ ਸੀਗਾ ਸਾਰੇ ਕਿਸਾਨਾਂ ਦਾ, 26 ਤਰੀਕ ਨੂੰ ਆਰਡਰ ਵਾਪਸ ਲੈ ਲੈਂਦੇ ਨੇ ਕਿ ਇੱਥੋਂ ਚੁੱਕ ਦਿੱਤੇ ਜਾਣ ਸਾਰਾ ਕੁਝ, ਲਾਠੀ ਚਾਰਜ ਕਰਦੇ ਨੇ ਉਹਨਾਂ ਕਿਸਾਨਾਂ ਦੇ ਉੱਤੇ। ਤੁਸੀਂ ਜਿੰਨੇ ਉੱਥੇ ਵਾਸ਼ਰੂਮ ਜਾਂ ਜਿੰਨੇ ਸ਼ਮੈਨੇ ਲਾਏ ਸੀ ਸਾਰੇ ਪੁੱਟਤੇ, ਔਰ ਉਸੇ ਵੇਲੇ ਹੀ ਕਿਸਾਨਾਂ ਨੂੰ ਖਾਲੀ ਕਰਨ ਵਾਸਤੇ ਤੁਸੀਂ ਐਕਸ਼ਨ ਲਿਆ। ਤੁਹਾਡੇ ਡੀਐਮ, ਤੁਹਾਡੇ ਮੈਜਿਸਟ੍ਰੇਟ ਕਿੱਥੇ ਸੀਗੇ? ਇਹ ਡੀਐਮ ਦੀ ਡਿਊਟੀ ਹੁੰਦੀ ਹੈ ਕਿ ਪੁਲਿਸ ਨੂੰ ਇੰਸਟਰਕਸ਼ਨ ਦੇ ਕਿ ਲਾਠੀ ਚਾਰਜ ਕਰੋ, ਗੈਸ ਚਲਾਓ, ਗੋਲੀ ਚਲਾਓ। ਤੁਸੀਂ ਮੂਕ ਦਰਸ਼ਕ ਬਣ ਕੇ ਦੇਖਦੇ ਰਹੇ। ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਮੈਮੋਰੀਅਲ ਹੈ ਬਾਰਡਰ ਤੇ, ਸਿੰਘੂ ਬਾਰਡਰ ਤੇ, ਉਸ ਤੇ ਪਥਰਾਅ ਹੁੰਦਾ, ਉਸ ਨੂੰ ਡੈਮੇਜ ਕੀਤਾ ਜਾਂਦਾ। ਉਹ ਉੱਪਰ ਵੀ ਉਹ ਆਤੰਕਵਾਦੀ ਨਹੀਂ ਨੇ, ਉਹਨਾਂ ਦੇ ਉੱਤੇ ਕਿਉਂ ਕੇਸ ਨਹੀਂ ਪਾਇਆ ਗਿਆ? ਉਹਨਾਂ ਨੂੰ ਕਿਉਂ ਤੁਸੀਂ ਨਹੀਂ ਆਪਣੇ ਜਿਹੜੀ ਬਣਦੀ ਕਾਰਵਾਈ ਉਹ ਕੀਤੀ ਗਈ? ਉਸ ਤੋਂ ਇਲਾਵਾ ਟੀਵੀ ਚੈਨਲਾਂ ਦੇ ਉੱਤੇ ਜਿਹੜਾ ਗੰਦਲਾ ਪ੍ਰਚਾਰ ਹੋ ਰਿਹਾ ਸੀ, ਜਿਸ ਤਰੀਕੇ ਨਾਲ ਅਸੀਂ ਹਾਈ ਕੋਰਟ 'ਚ ਗਏ ਸੀਗੇ, ਰਿਟ ਪਾਈ ਸੀਗੀ, ਸਾਰਿਆਂ ਨੂੰ ਨੋਟਿਸ ਹੋਏ ਨੇ, ਹੋਮ ਮਿਨਿਸਟਰ ਨੂੰ ਵੀ ਔਰ ਸੀਐਮ ਨੂੰ ਵੀ ਅਸੀਂ ਲਿਖਿਆ ਸੀਗਾ ਕਿ ਇਹਨਾਂ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਹੈ। ਐਲਜੀ ਸਾਹਿਬ ਦੇ ਥੱਲੇ ਚੀਫ ਸੈਕਟਰੀ ਆਂਦਾ, ਉਹਨੇ ਅੱਜ ਤੱਕ ਸਾਨੂੰ ਜਵਾਬ ਨਹੀਂ ਦਿੱਤਾ। ਅਸੀਂ ਹਰ ਜਗ੍ਹਾ ਦੇ ਉੱਤੇ ਜਾ ਕੇ ਇਸ ਗੱਲ ਨੂੰ ਚੁੱਕਣਾ। ਸਾਡੀ ਜਿਹੜੀ ਪ੍ਰੇਅਰ ਹੈਗੀ ਸੀ, ਸਾਡੀ ਪ੍ਰੇਅਰ ਇਹ ਹੈਗੀ ਸੀਗੀ ਕਿ ਇਹ ਪ੍ਰੇਅਰ ਦੇ ਉੱਤੇ ਇਹਨਾਂ ਦੇ ਉੱਤੇ ਸਖਤ ਐਕਸ਼ਨ ਹੋਣਾ ਚਾਹੀਦਾ ਹੈ। ਇਹ ਹੋਮ ਮਿਨਿਸਟਰ ਦੀ ਲੈਟਰ ਮੇਰੇ ਕੋਲ ਆਈ ਹੈ, ਮੈਂ ਪੁਲਿਸ ਕਮਿਸ਼ਨਰ ਕੋਲ ਵੀ ਮਿਲਾਂਗਾ, ਮੈਂ ਦਿੱਲੀ ਦੇ ਐਲਜੀ ਨੂੰ ਵੀ ਮਿਲਾਂਗਾ ਕਿ ਸਾਰੇ ਮਸਲਿਆਂ ਦੇ ਉੱਤੇ ਇੱਕ ਤਰਫਾ ਕਾਰਵਾਈ ਤੇ ਕਰ ਦਿੱਤੀ ਤੁਸੀਂ, ਇਹਨਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ? ਜਿਨ੍ਹਾਂ ਨੇ ਭੜਕਾਉਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ, ਮੁਲਕ ਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਅਸਲੀ ਕਸੂਰਵਾਰ ਤੇ ਇਹ ਨੇ। ਮੈਂ ਸਮਝਦਾ ਵਾਂ ਕਿ ਕਾਫੀ ਧਮਕੀਆਂ, ਬੜੇ ਡਰਾਵੇ ਦਿੱਤੇ ਜਾ ਰਹੇ ਨੇ। ਇਹਨਾਂ ਕਿਸੇ ਧਮਕੀਆਂ ਤੋਂ ਡਰਨ ਵਾਲੇ ਨਹੀਂ। ਅਸੀਂ ਸੱਜਣ ਕੁਮਾਰ ਵਰਗੇ ਚੱਕ ਕੇ ਅੰਦਰ ਟੰਗ ਦਿੱਤੇ ਸੀਗੇ। ਵਕਤ ਆ ਲੈ ਦਿਓ, ਇਹਨਾਂ ਸਾਰਿਆਂ ਦੇ ਉੱਤੇ ਐਕਸ਼ਨ ਕਰਾਵਾਂਗੇ, ਕੇਸ ਕਰਾਵਾਂਗੇ, ਬਣਦੀ ਇਹਨਾਂ ਦੇ ਉੱਤੇ ਸਜ਼ਾ ਲਵਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲ ਵਿੱਚ 26 ਜਨਵਰੀ ਤੋਂ ਬਾਅਦ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਸਿੱਖ ਕੌਮ ਨੂੰ ਖਾਸ ਤੌਰ ਤੇ ਨਿਸ਼ਾਨਾ ਬਣਾਉਣ ਲਈ ਉਕਸਾਇਆ ਗਿਆ, ਉਸ ਦਾ ਅਸਰ ਵੀ ਸੜਕਾਂ ਤੇ ਨਜ਼ਰ ਆਇਆ। ਕੁਝ ਸ਼ਰਾਰਤੀ ਤੱਤ ਤਾਂ ਗੁਰਦੁਆਰਾ ਸੀਸਗੰਜ ਸਾਹਿਬ ਨੇੜੇ ਨਾਅਰੇਬਾਜ਼ੀ ਕਰਦੇ ਵੇਖੇ ਗਏ, ਜਿਸ ਦਾ ਗੰਭੀਰ ਨੋਟਿਸ ਲੈਂਦਿਆਂ ਜਾਗੋ ਪਾਰਟੀ ਮੁਖੀ ਸਰਦਾਰ ਮਨਜੀਤ ਸਿੰਘ ਜੀਕੇ ਨੇ ਉਹਨਾਂ ਦੇ ਖਿਲਾਫ ਮੋਰਚਾ ਖੋਲ੍ਹਿਆ ਅਤੇ ਅੰਤ ਹੁਣ ਫਿਰਕੂ ਤਣਾਅ ਵਧਾਉਣ ਵਾਲੇ ਅਨਸਰਾਂ ਵਿਰੁੱਧ ਕਾਰਵਾਈ ਦੇ ਹੁਕਮ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਦੇਣੇ ਪਏ ਹਨ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।